प्यारे विद्यार्थियों, ਤੁਹਾਡਾ ਸਭ ਦਾ ਅੱਜ ਦੀ ਇਸ ਕਲਾਸ ਵਿੱਚ ਸਵਾਗਤ ਹੈ। ਅੱਜ ਸਾਡਾ ਜੋ ਅਸੀਂ ਸੈਟ ਪੇਪਰ ਦੀ ਸੀਰੀਜ਼ ਸ਼ੁਰੂ ਕੀਤੀ ਹੈ 10ਵੀਂ ਕਲਾਸ ਦੇ ਚੈਪਟਰ ਦੀ, ਅੱਜ ਇਸ ਦਾ ਦੂਜਾ ਲੈਕਚਰ ਹੈ। ਇਸ ਦਾ ਪਾਰਟ 2 ਹੈ। ਅੱਜ ਅਸੀਂ ਪੋਲੀਨੋਮੀਅਲ ਚੈਪਟਰ ਵਿੱਚੋਂ ਇਸ ਦੇ MCQ ਕਰਾਂਗੇ। ਜੋ ਸਾਡਾ ਸੈਕੰਡ ਚੈਪਟਰ ਹੈ ਬਹੁਪਦ ਵਾਲਾ 10ਵੀਂ ਕਲਾਸ ਦਾ, ਉਹਦੇ ਵਿੱਚੋਂ ਅਸੀਂ ਇੰਪੋਰਟੈਂਟ ਜੋ MCQ ਹਨ ਉਹ ਅਸੀਂ ਕਰਾਂਗੇ। ਇਹ MCQ ਤੁਹਾਡੇ NTSC ਲਈ ਸਪੈਸ਼ਲ ਹਨ, ਤੁਹਾਡੇ ਪੈਸ ਵਿੱਚ ਵੀ ਇਹ ਕੰਮ ਆ ਸਕਦੇ ਹਨ, ਜਾਂ ਨੈਸ ਦਾ ਟੈਸਟ ਹੁੰਦਾ ਉਸ ਵਿੱਚ ਵੀ, ਜਾਂ ਤੁਹਾਡਾ ਬੋਰਡ ਐਗਜ਼ਾਮ ਹੋਣਾ ਹੈ ਉਹਦੇ ਵਿੱਚ ਵੀ ਤੁਹਾਨੂੰ ਇਹ ਕਾਫੀ ਲਾਹੇਵੰਦ ਹੋਣਗੇ। ਤਾਂ ਇਸ ਕਰਕੇ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖੋ। ਆਓ ਆਪਾਂ ਹੁਣ ਇਹ ਸ਼ੁਰੂ ਕਰਦੇ ਹਾਂ। ਪੋਲੀਨੋਮੀਅਲ ਜਾਣੀ ਕਿ ਬਹੁਪਦ, ਜੋ ਸਾਡਾ ਬਹੁਪਦ ਵਾਲਾ ਚੈਪਟਰ ਹੈ ਉਸ ਵਿੱਚੋਂ ਇਹ MCQ ਅਸੀਂ ਕਰਨੇ ਹਨ। ਬੱਚੋ ਜੋ MCQ ਇੰਗਲਿਸ਼ ਮੀਡੀਅਮ 'ਚ ਹਨ, ਆਪਾਂ ਇਹਨੂੰ ਪੰਜਾਬੀ ਮੀਡੀਅਮ 'ਚ ਕਰਵਾਵਾਂਗੇ। ਤੁਹਾਨੂੰ ਜੋ PDF ਮਿਲ ਜਾਏਗੀ ਉਹ ਪੰਜਾਬੀ ਮੀਡੀਅਮ ਵਿੱਚ ਵੀ ਮਿਲ ਜਾਵੇਗੀ। ਤਾਂ ਇਸ ਕਰਕੇ ਸਾਰੇ ਕੁਐਸਚਨ ਨੂੰ ਧਿਆਨ ਨਾਲ ਸਮਝਣਾ, ਤਾਂ ਜੋ ਤੁਹਾਨੂੰ ਕੋਈ ਵੀ ਪ੍ਰਸ਼ਨ ਹੱਲ ਕਰਨ ਵਿੱਚ ਸਮੱਸਿਆ ਨਾ ਆਵੇ। ਤਾਂ ਅਸੀਂ ਪਹਿਲਾ ਪ੍ਰਸ਼ਨ ਹੱਲ ਕਰਦੇ ਹਾਂ। ਰੀਅਲ ਨੰਬਰ ਜਾਣੀ ਕਿ ਵਾਸਤਵਿਕ ਸੰਖਿਆ। ਅਲਫਾ ਇਜ਼ ਅ ਜ਼ੀਰੋ ਬੱਚੋ ਜਿਹਨੂੰ ਸਿਫਰ ਬੋਲਦੇ ਹਾਂ ਅਸੀਂ, ਜ਼ੀਰੋ ਮਤਲਬ ਸਿਫਰ, ਆਫ ਦਾ ਪੋਲੀਨੋਮੀਅਲ fx। ਅਲਫਾ ਕੀ ਆ? ਕਿਸੇ ਬਹੁਪਦ। ਤਾਂ ਸਾਨੂੰ ਪਤਾ ਲੱਗ ਗਿਆ ਵੀ ਪੋਲੀਨੋਮੀਅਲ ਮੀਨਸ ਬਹੁਪਦ। ਕਿਸੇ ਬਹੁਪਦ ਦਾ ਸਿਫਰ ਹੈ ਤਾਂ ਕਿਹੜੀ ਕੰਡੀਸ਼ਨ ਲਾਗੂ ਹੋਵੇਗੀ? ਤਾਂ ਸਾਨੂੰ ਬੱਚੇ ਪਤਾ ਹੈ ਵੀ ਕਿਸੇ ਪੋਲੀਨੋਮੀਅਲ ਦਾ ਸਿਫਰ ਹੋਣ ਤੋਂ ਭਾਵ ਕੀ ਹੈ। ਮੰਨ ਲਓ ਸਾਡੇ ਕੋਲ ਇਸ ਪ੍ਰਕਾਰ ਦਾ ਕੋਈ, ਅਸੀਂ ਮੰਨ ਲਓ ਇਹ ਪੋਲੀਨੋਮੀਅਲ ਸਾਡੇ ਕੋਲ ਹੈ, ਇਸ ਤਰ੍ਹਾਂ ਆਪਾਂ ਲਿਖ ਲੈਂਦੇ ਹਾਂ। ਹੁਣ ਇਹ ਪੋਲੀਨੋਮੀਅਲ ਨੂੰ ਅਸੀਂ ਇਸ ਤਰ੍ਹਾਂ fx ਦੇ ਬਰਾਬਰ ਲਿਖ ਲਿਆ ਹੈ। ਮੰਨ ਲਓ ਇਸ ਦਾ ਕੋਈ ਸਿਫਰ ਹੈ, ਮੰਨ ਲਓ ਅਸੀਂ ਇਹਦੇ ਵਿੱਚ -1 ਦਾ ਮੁੱਲ ਭਰ ਲੈਂਦੇ ਹਾਂ, ਤਾਂ ਸਾਡੇ ਕੋਲ ਕੀ ਆ ਜਾਵੇਗਾ? -1 ਦਾ ਵਰਗ 3 -1 ਜਮਾ 2, ਤਾਂ ਕਿੰਨਾ ਆ ਸਾਡੇ ਕੋਲ 1 -3 + 2, ਜਾਣੀ ਕਿ ਆਂਸਰ ਕਿੰਨਾ ਜਾਵੇਗਾ? ਸਿਫਰ। ਤਾਂ ਇਸ ਦਾ ਮਤਲਬ ਕੀ ਹੈ ਬੱਚਿਓ? ਜਦੋਂ ਕਿਸੇ ਬਹੁਪਦ ਪੋਲੀਨੋਮੀਅਲ ਦਾ ਕੋਈ ਸਿਫਰ ਜ਼ੀਰੋ ਹੁੰਦੀ ਹੈ, ਤਾਂ ਜੇਕਰ ਅਸੀਂ ਉਸ ਦਾ ਮੁੱਲ, ਤਾਂ ਅਸੀਂ ਉਸਦਾ ਮੁੱਲ ਭਰ ਦਿੱਤਾ। ਦੇਖੋ ਮੰਨ ਲਓ ਇਹ ਅਲਫਾ ਹੈ, ਤਾਂ ਜਦੋਂ ਅਸੀਂ ਕਿਸੇ ਬਹੁਪਦ ਦੇ ਵਿੱਚ ਉਸਦੇ ਸਿਫਰ ਦਾ ਮੁੱਲ ਭਰ ਦਿੰਦੇ ਹਾਂ, ਤਾਂ ਉਸਦਾ ਜੋ ਮੁੱਲ ਹੈ ਉਹ ਸਾਡੇ ਕੋਲ ਜ਼ੀਰੋ ਹੋ ਜਾਂਦਾ ਹੈ। ਤਾਂ ਇਸ ਕਰਕੇ ਸਾਡੇ ਕੋਲ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਸਾਡੇ ਕੋਲ ਕੀ ਹੈ ਬੱਚਿਓ? ਬੀ ਆਪਸ਼ਨ f ਫੰਕਸ਼ਨ ਅਲਫਾ ਇਜ਼ ਇਕੁਅਲ ਟੂ 0, ਜਾਣੀ ਕਿ ਜੋ ਸਾਡੇ ਕੋਲ ਫੰਕਸ਼ਨ ਹੈ, ਬਹੁਪਦ ਹੈ, ਪੋਲੀਨੋਮੀਅਲ ਹੈ, ਉਹਦੇ ਵਿੱਚ ਜੇਕਰ ਅਸੀਂ ਅਲਫਾ ਦਾ ਮੁੱਲ ਭਰਾਂਗੇ ਤਾਂ ਉਸ ਦਾ ਮੁੱਲ ਸਿਫਰ ਜਾਣੀ ਕਿ 0 ਹੋ ਜਾਵੇਗਾ। ਤਾਂ ਹੁਣ ਅਸੀਂ ਅੱਗੇ ਦੂਸਰਾ ਪ੍ਰਸ਼ਨ ਦੇਖਦੇ ਹਾਂ। zeros of the polynomial fx are the coordinates of the points where the graph y-fx intersects। ਇਸ ਦਾ ਮਤਲਬ ਕੀ ਹੈ ਵੀ ਸਾਡੇ ਕੋਲ ਕੋਈ ਬਹੁਪਦ ਹੈ fx, ਜੇਕਰ ਉਸਦੇ ਸਿਫਰ ਕੀ ਹੁੰਦੇ ਹਨ, ਜਾਣੀ ਕਿ ਕਿਸੇ ਬਹੁਪਦ ਦੇ ਜੋ ਸਿਫਰ ਹੈ 0, ਉਹ ਕੀ ਹੁੰਦੇ ਹਨ? ਕੋਆਰਡੀਨੇਟ ਹੁੰਦੇ ਹਨ। ਉਹ ਜਦੋਂ ਕਿਸ ਤੇ ਕੱਟਦੇ ਹਨ? ਠੀਕ ਹੈ ਬੱਚੋ, ਦੇਖੋ ਜਦੋਂ ਸਾਡੇ ਕੋਲ ਇਹ ਸਾਡੇ ਕੋਲ ਬਹੁਪਦ ਹੈ y = fx, ਅਸੀਂ ਇਸ ਦਾ ਗ੍ਰਾਫ ਬਣਾਉਂਦੇ ਹਾਂ। ਜੇਕਰ ਸਾਡੇ ਕੋਲ ਬਹੁਪਦ ਦੋ ਘਾਤੀ ਹੈ, ਕੁਆਡਰੇਟਿਕ ਹੈ, ਮੰਨ ਲਓ ਇਸ ਦਾ ਗ੍ਰਾਫ ਸਾਡੇ ਕੋਲ ਇਸ ਪ੍ਰਕਾਰ ਹੈ। ਠੀਕ ਹੈ ਬੱਚਿਓ, ਤਾਂ ਹੁਣ ਦੇਖੋ ਵੀ ਇਹ ਬਹੁਪਦ x ਨੂੰ ਦੋ ਬਿੰਦੂਆਂ ਤੇ 2 ਪੁਆਇੰਟਸ ਤੇ ਕੱਟ ਕਰ ਰਿਹਾ ਹੈ। ਠੀਕ ਹੈ, ਤਾਂ ਉਹ ਜਿਹੜੇ ਆ ਹੋਣਗੇ ਇਹ ਸਾਡੇ ਕੋਲ ਇਸਦੇ 0 ਜਾਣੀ ਕਿ ਸਿਫਰ ਹੋਣਗੇ। ਤਾਂ ਇਸ ਕਰਕੇ ਕਿਸੇ ਬਹੁਪਦ ਦੇ ਸਿਫਰ ਉਹ ਹੁੰਦੇ ਹਨ, ਜੇਕਰ ਸਾਡੇ ਕੋਲ ਇਹ ਬਹੁਪਦ ਡਿਪੈਂਡ ਕਰਦਾ, ਜੇਕਰ ਸਾਡੇ ਕੋਲ ਬਹੁਪਦ fx ਵਾਲਾ ਹੈ ਤਾਂ ਉਹ x ਨੂੰ ਕੱਟੇਗਾ। ਜਿੰਨੇ ਵਾਰੀ x ਨੂੰ ਕੱਟੇਗਾ ਉਹਨੇ ਉਸਦੇ ਜਿਹੜੇ ਰੀਅਲ ਆ ਉਹ ਸਿਫਰ 0 ਹੋਣਗੇ। ਤਾਂ ਇਸ ਦਾ ਆਂਸਰ ਕੀ ਹੈ ਸਾਡੇ ਕੋਲ? x the zeros of the polynomial fx are the coordinates of the points where the graph y = fx intersect the x। ਤਾਂ ਜੇ ਬੱਚੋ ਸਾਡੇ ਕੋਲੇ ਇਸ ਪ੍ਰਕਾਰ ਦਾ ਪੋਲੀਨੋਮੀਅਲ ਹੋਵੇ fy = x, ਠੀਕ ਹੈ,
मतलब ਆਪਾਂ ਇਹਨੂੰ ਇਸ ਤਰ੍ਹਾਂ ਲਿਖ ਗਏ x ਇਕੁਅਲ ਟੂ fy, ਤਾਂ ਇਸ ਦੇ ਜਿਹੜੇ ਕਿਹੜੇ ਜ਼ੀਰੋ ਹੋਣਗੇ ਤਾਂ ਫਿਰ ਉਹ y ਐਕਸਿਸ ਨੂੰ ਕੱਟੇਗਾ। ਤਾਂ ਇਸ ਗੱਲ ਦਾ ਪੂਰਾ ਧਿਆਨ ਰੱਖਣਾਗਾ। ਕਈ ਵਾਰੀ ਐਗਜ਼ਾਮੀਨਰ ਵੱਲੋਂ ਜਿਹੜਾ ਸਵਾਲ ਨੂੰ ਉਹ ਥੋੜਾ ਜਿਹਾ ਟੇਢਾ ਕਰਕੇ ਪਾ ਦਿੱਤਾ ਜਾਂਦਾ ਹੈ। ਠੀਕ ਹੈ, ਜਦੋਂ ਸਾਡੇ ਕੋਲ ਪੋਲੀਨੋਮੀਅਲ fx ਵਾਲਾ ਹੈ, y ਇਕੁਅਲ ਟੂ fx ਵਾਲਾ, ਤਾਂ ਜਿੰਨੀ ਵਾਰੀ ਉਹ x ਐਕਸਿਸ ਨੂੰ ਕੱਟੇਗਾ ਉਹਨੇ ਉਸਦੇ ਵਾਸਤਵਿਕ ਯਾਨੀ ਕਿ ਰੀਅਲ ਸਿਫਰ ਹੋਣਗੇ। ਜੇਕਰ ਪੋਲੀਨੋਮੀਅਲ x ਇਕੁਅਲ ਟੂ y ਵਾਲਾ ਹੈ ਤਾਂ ਉਹ y ਐਕਸਿਸ ਨੂੰ ਜਿੰਨੀ ਵਾਰੀ ਕੱਟੇਗਾ, ਤਾਂ ਉਸਦਾ ਗ੍ਰਾਫ ਇਸ ਪ੍ਰਕਾਰ ਬਣੇਗਾ। ਇਹ ਸਾਡੇ ਕੋਲ x ਹੈ, ਇਹ ਸਾਡੇ ਕੋਲ y ਹੈ, ਤਾਂ ਉਹ ਮੰਨ ਲਓ ਇਸ ਤਰ੍ਹਾਂ ਕੱਟ ਸਕਦਾ ਹੈ। ਠੀਕ ਹੈ ਬੱਚਿਓ, ਇਸ ਗੱਲ ਨੂੰ ਤੁਸੀਂ ਨੋਟ ਕਰ ਲੈਣਾ ਹੈ। ਤਾਂ ਹੁਣ ਆਪਾਂ ਤੀਸਰਾ ਪ੍ਰਸ਼ਨ ਦੇਖਦੇ ਹਾਂ। ਤਾਂ ਬੱਚੇ ਸਾਡੇ ਕੋਲ ਤੀਸਰੇ ਪ੍ਰਸ਼ਨ ਵਿੱਚ ਕੀ ਹੈ, if beta is equal to 0 ਸਿਫਰ of fx then is one of the factor fx। ਤਾਂ ਦੇਖੋ ਇਹਦੇ ਵਿੱਚ ਕੀ ਹੈ ਸਾਡੇ ਕੋਲ, ਇੱਥੇ ਬੀਟਾ ਕਿਹਾ ਹੋਇਆ, ਬੀਟਾ ਇਜ 0, ਕਿਸੇ fx ਦਾ 0 ਹੈ, ਯਾਨੀ ਕਿ ਸਾਡੇ ਕੋਲ ਬਹੁਪਦ ਹੈ, ਕੋਈ ਪੋਲੀਨੋਮੀਅਲ ਹੈ fx, ਬੀਟਾ ਉਹਦਾ ਕੀ ਹੈ 0 ਹੈ। ਠੀਕ ਹੈ, then is one of the factor of fx। ਤਾਂ ਅਸੀਂ ਦੱਸਣਾਗਾ ਵੀ x ਮਾਈਨਸ ਬੀਟਾ ਉਹਦਾ ਫੈਕਟਰ ਹੋਵੇਗਾ, ਜਾਂ x ਮਾਈਨਸ 2 ਬੀਟਾ ਉਹਦਾ ਫੈਕਟਰ ਹੋਵੇਗਾ, ਜਾਂ x ਪਲੱਸ ਬੀਟਾ ਫੈਕਟਰ ਹੋਵੇਗਾ, ਜਾਂ 2x ਮਾਈਨਸ ਬੀਟਾ ਉਸਦਾ ਫੈਕਟਰ ਹੋਵੇਗਾ। ਤਾਂ ਦੇਖੋ ਉਹਦੇ ਵਿੱਚ ਤਾਂ ਸਾਡੇ ਕੋਲ f ਬੀਟਾ ਇਜ਼ ਇਕੁਅਲ ਟੂ 0, ਕਿਉਂਕਿ ਬੱਚੇ ਸਾਡੇ ਕੋਲ ਬੀਟਾ ਕੀ ਆ, ਇਸ ਬਹੁਪਦ ਦਾ ਸਿਫਰ ਹੈ 0 ਹੈ, ਤਾਂ ਸਾਡੇ ਕੋਲ ਜਾਣੀ ਕਿ x ਦਾ ਮੁੱਲ ਕੀ ਹੈ ਬੀਟਾ। ਠੀਕ ਹੈ ਬੱਚਿਓ, ਕਿਉਂਕਿ fx ਆ, ਕਿਉਂਕਿ ਅਸੀਂ fx ਦੀ ਥਾਂ ਤੇ ਕੀ ਬੀਟਾ ਭਰਿਆ ਹੈ, ਯਾਨੀ ਕਿ x ਇਕੁਅਲ ਟੂ ਬੀਟਾ, ਤਾਂ ਅਸੀਂ ਬੀਟਾ ਨੂੰ ਇੱਧਰ ਲੈ ਕੇ ਜਾਂਦੇ ਹਾਂ, ਤਾਂ x ਮਾਈਨਸ ਬੀਟਾ ਇਕੁਅਲ ਟੂ 0। ਠੀਕ ਹੈ, ਤਾਂ ਇਹ ਸਾਡੇ ਕੋਲ ਇੱਕ ਫੈਕਟਰ ਬਣ ਜਾਂਦਾ ਹੈ। ਤਾਂ x ਮਾਈਨਸ ਬੀਟਾ ਇਸ ਦਾ ਸੌਰੀ ਆਪਾਂ ਇੱਥੇ ਲਿਖਣਾ ਹੈ x ਮਾਈਨਸ ਬੀਟਾ ਬੱਚਿਓ ਇਸ ਪੋਲੀਨੋਮੀਅਲ ਦਾ ਫੈਕਟਰ ਹੋਵੇਗਾ। ਤਾਂ ਇਹ ਗੱਲ ਤੁਸੀਂ ਨੋਟ ਕਰ ਲੈਣੀ ਹੈ, ਜਦੋਂ ਸਾਡੇ ਕੋਲ ਕਿਸੇ ਪੋਲੀਨੋਮੀਅਲ ਦਾ ਕੋਈ ਵੈਲਿਊ ਉਸਦਾ ਸਿਫਰ ਹੈ ਯਾਨੀ ਕਿ 0 ਹੈ, ਤਾਂ x ਮਾਈਨਸ ਉਸਦਾ ਜੋ ਵੀ ਸਮਥਿੰਗ ਨੰਬਰ ਹੈ ਉਸਦਾ ਫੈਕਟਰ ਹੋਵੇਗਾ। ਠੀਕ ਹੈ ਬੱਚਿਓ, ਹੁਣ ਅਸੀਂ ਅੱਗੇ ਤੀਸਰਾ ਪ੍ਰਸ਼ਨ ਅਸੀਂ ਕਰ ਲਿਆ ਹੈ, ਚੌਥਾ ਪ੍ਰਸ਼ਨ ਦੇਖਦੇ ਹਾਂ। ਇਹ ਪ੍ਰਸ਼ਨ ਇਹਦੇ ਵਰਗਾ ਹੈ ਲੇਕਿਨ ਥੋੜਾ ਜਿਹਾ ਡਿਫਰੈਂਟ ਹੈ, ਇਸ ਨੂੰ ਧਿਆਨ ਨਾਲ ਦੇਖਣਾ। if y minus a is the factor of fy, ਹੁਣ ਦੇਖੋ ਪਹਿਲਾਂ ਨਾਲ ਉਲਟਾ ਹੈ, ਸਾਡੇ ਕੋਲੇ y minus ਜੋ a ਹੈ ਉਹ ਕਿਹਦਾ ਫੈਕਟਰ ਹੈ, ਉਹ ਸਾਡੇ ਕੋਲ ਫੈਕਟਰ ਹੈ fy ਦਾ, then is 0 of fy। ਤਾਂ fy ਦਾ 0 ਕਿਹੜਾ ਹੋਵੇਗਾ ਬੱਚਿਓ, ਇਹ ਆਪਾਂ ਹੁਣੇ ਪੜਿਆ ਹੈ ਵੀ ਇਹ ਦੇਖੋ ਫੈਕਟਰ ਹੈ, ਤਾਂ ਇਹਦਾ ਮਤਲਬ ਜੇ ਫੈਕਟਰ ਹੈ ਤਾਂ ਇਹਨੂੰ ਅਸੀਂ ਬਰਾਬਰ 0 ਲਿਖ ਸਕਦੇ ਹਾਂ, ਜਾਣੀ ਕਿ ਉਹਨੂੰ ਭਾਗ ਕਰੇਗਾ, ਤਾਂ ਇਸ ਕਰਕੇ y ਦਾ ਮੁੱਲ ਕਿੰਨਾ ਆ ਜਾਵੇਗਾ a। ਜਦੋਂ y ਦਾ ਮੁੱਲ a ਆ ਗਿਆ ਜਾਣੀ ਕਿ fa is equal to 0, ਤਾਂ ਸਾਡੇ ਕੋਲ ਜਿਹੜਾ a ਹੈ ਉਸਦਾ 0 ਹੈ। ਤਾਂ ਇਸ ਤਰ੍ਹਾਂ ਬੱਚਿਓ ਜੇਕਰ ਉਸਦਾ ਕੋਈ ਫੈਕਟਰ ਹੈ ਤਾਂ ਉਸਦਾ ਜਿਹੜਾ ਮੁੱਲ ਭਰ ਕੇ ਉਹ ਪੋਲੀਨੋਮੀਅਲ 0 ਹੋ ਜਾਂਦੀ ਹੈ, ਜਾਂ ਆਪਾਂ ਇਹਨੂੰ ਇਸ ਤਰ੍ਹਾਂ ਲਿਖਿਆ ਹੈ ਤਾਂ ਅਸੀਂ ਉਸਦਾ ਇਹਦਾ ਫੈਕਟਰ ਕਹਿ ਸਕਦੇ ਹਾਂ। ਜਾਣੀ ਕਿ ਜਦੋਂ ਕਿਸੇ ਪੋਲੀਨੋਮੀਅਲ ਦੀ ਕੋਈ ਵੈਲਿਊ ਸਿਫਰ 0 ਹੁੰਦੀ ਹੈ ਤਾਂ ਉਹ ਉਸਦਾ ਫੈਕਟਰ ਵੀ ਹੁੰਦੀ ਹੈ। ਠੀਕ ਹੈ ਬੱਚਿਓ, ਕਿਉਂਕਿ ਉਸ ਨੂੰ ਪੂਰਾ ਉਹ ਭਾਗ ਕਰੇਗੀ। ਅੱਗੇ ਸਾਡੇ ਕੋਲੇ ਪੰਜਵਾਂ ਪ੍ਰਸ਼ਨ ਹੈ, which of the following is not correct for a quadratic polynomial। ਬੱਚਿਓ ਕੁਆਡਰੇਟਿਕ ਪੋਲੀਨੋਮੀਅਲ ਦਾ ਕੀ ਭਾਵ ਹੈ, ਦੋ ਘਾਤੀ ਬਹੁਪਦ, ਦੋ ਘਾਤੀ ਬਹੁਪਦ। ਜੋ ਬੱਚੇ ਪੰਜਾਬੀ ਮੀਡੀਅਮ ਵਾਲੇ ਹਨ, ਦੋ ਘਾਤੀ ਬਹੁਪਦ। ਬੱਚਿਓ ਮੈਥ ਦੇ ਵਿੱਚ ਕੋਈ ਪੰਜਾਬੀ ਇੰਗਲਿਸ਼ ਦਾ ਬਾਹਲਾ ਸਮੱਸਿਆ ਨਹੀਂ ਆਉਂਦੀ, ਤੁਸੀਂ ਸਿਰਫ ਇਹਦੇ ਸਵਾਲ ਸਿੱਖਣੇ ਹੁੰਦੇ ਹਨ। ਠੀਕ ਹੈ, ਤੁਸੀਂ ਇੱਕ ਵਾਰੀ ਸਵਾਲ ਸਿੱਖ ਲਏ ਤੁਹਾਨੂੰ ਪੰਜਾਬੀ ਅੰਗਰੇਜ਼ੀ ਦੇ ਵਿੱਚ ਕੋਈ ਵੀ ਸਮੱਸਿਆ ਬਿਲਕੁਲ ਨਹੀਂ ਆਉਣੀ। ਤਾਂ ਸਾਨੂੰ ਪਤਾ ਵੀ ਕੁਆਡਰੇਟਿਕ ਪੋਲੀਨੋਮੀਅਲ ਜਾਣੀ ਕਿ ਦੋ ਘਾਤੀ ਬਹੁਪਦ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਸਹੀ ਨਹੀਂ ਹੈ, ਤਾਂ ਆਪੇ ਦੱਸਣਾ ਵੀ ਸਹੀ ਨਹੀਂ ਹੈ। ਚਾਰ ਉੱਤਰ ਦਿੱਤੇ ਹਨ, ਤਾਂ ਦੋ ਘਾਤੀ ਬਹੁਪਦ ਕੁਆਡਰੇਟਿਕ ਪੋਲੀਨੋਮੀਅਲ ਦੇ ਨੋ ਰੀਅਲ 0, ਵੀ ਕੋਈ ਵੀ ਰੀਅਲ 0 ਨਹੀਂ ਹੁੰਦਾ, ਇਹ ਸਹੀ ਹੈ ਕਿ ਗਲਤ ਹੈ। 2 ਇਕੁਅਲ 0 ਸਹੀ ਹੈ ਕਿ ਗਲਤ ਹੈ। 2 ਡਿਸਟਿੰਕਟ 0 ਜਾਣੀ ਕਿ ਵੱਖ-ਵੱਖ ਸਿਫਰ।
ठीक है बच्चों, इक्वल जाने के बराबर रियल बराबर ते वास्तविक सिफर। ठीक है, 3 3 कोई भी नहीं। ਤਾਂ ਆਪਾਂ ਦੱਸਣਾ ਵੀ ਦੋ ਘਾਤੀ ਬਹੁਪਦ ਦੇ ਵਾਸਤੇ ਕਿਹੜੀ ਸਟੇਟਮੈਂਟ ਸਹੀ ਨਹੀਂ ਹੈ। ਦੇਖੋ ਪਹਿਲੀ ਗੱਲ ਤਾਂ ਦੇਖੋ ਜੇ ਦੋ ਘਾਤੀ ਬਹੁਪਦ ਹੈ, ਸਾਨੂੰ ਪਤਾ ਹੈ ਵੀ ਜਿਹਦੇ ਕੁਆਡਰੇਟਿਕ ਪੋਲੀਨੋਮੀਅਲ ਆ ਤਾਂ ਉਹਦੇ ਵੱਧ ਤੋਂ ਵੱਧ ਜਿਹੜੇ ਜ਼ੀਰੋ ਆ ਗਏ ਸਿਫਰ ਆ ਉਹ ਕਿੰਨੇ ਹੋ ਸਕਦੇ ਆ, 2। ਤਾਂ ਜਿੰਨੀ ਕਿਸੇ ਪੋਲੀਨੋਮੀਅਲ ਦੀ ਕੋਈ ਪਾਵਰ ਹੈ ਤਾਂ ਉਹਦੇ ਉਸ ਤੋਂ ਵੱਧ ਜਿਹੜੇ ਸਿਫਰ ਆ ਉਹ ਨਹੀਂ ਹੋ ਸਕਦੇ। ਇਸ ਕਰਕੇ ਇਸਦੇ ਜਿਹੜੇ 3 ਆਗੇ ਉਹ 0 ਸਿਫਰ ਨਹੀਂ ਹੋ ਸਕਦੇ। ਇਸ ਕਰਕੇ ਬੱਚੋ ਜੋ ਇਹ ਸਾਡੇ ਸਵਾਲ ਦਾ ਉੱਤਰ ਹੈ ਉਹ ਹੈ ਡੀ ਆਪਸ਼ਨ। ਤਾਂ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਬਾਕੀ ਆਪਸ਼ਨ ਕਿਵੇਂ ਹਨ। ਨੋ ਰੀਅਲ ਜ਼ੀਰੋ, ਤਾਂ ਕੋਈ ਵੀ ਵਾਸਤਵਿਕ ਸਿਫਰ ਨਹੀਂ ਹੋ ਸਕਦਾ। ਇਹਦਾ ਮਤਲਬ ਕੀ ਹੁੰਦਾ ਹੈ ਬੱਚਿਓ, ਮੰਨ ਲਓ ਅਸੀਂ ਜੇਕਰ ਦੋ ਘਾਤੀ ਬਹੁਪਦ ਦਾ ਗ੍ਰਾਫ ਬਣਾਉਣੇ ਆ ਤਾਂ ਤੁਸੀਂ ਦੇਖਿਆ ਵੀ ਸਾਡੇ ਕੋਲ ਕਈ ਵਾਰੀ ਗ੍ਰਾਫ ਇਸ ਪ੍ਰਕਾਰ ਬਣ ਰਿਹਾ ਹੈ। ਤਾਂ ਹੁਣ ਦੇਖੋ ਇਹ ਐਕਸ ਐਕਸ ਜੋ ਹੈ ਇਹ ਵਾਈ ਐਕਸ ਹੈ। ਜੇਕਰ ਇਹ ਐਕਸ ਐਕਸ ਨੂੰ ਕਿਸੇ ਵੀ ਬਿੰਦੂ ਤੇ ਨਹੀਂ ਕੱਟ ਰਿਹਾ, ਇਹਦਾ ਮਤਲਬ ਇਸਦਾ ਕੋਈ ਵੀ ਰੀਅਲ ਸਿਫਰ ਨੋ ਰੀਅਲ ਜ਼ੀਰੋ ਇਸਦਾ ਨਹੀਂ ਹੈ। ਹੁਣ ਜੇਕਰ ਇਹ ਇਸਦਾ ਗ੍ਰਾਫ ਐਕਸ ਐਕਸ ਨੂੰ 2 ਵਾਰੀ ਕੱਟ ਰਿਹਾ ਹੈ ਐਗਜ਼ੈਕਟ, ਠੀਕ ਹੈ, ਤਾਂ ਇਹਦਾ ਕੀ ਹੋ ਸਕਦਾ, ਇਸ ਦੇ ਜਿਹੜੇ ਇਕੁਅਲ ਜ਼ੀਰੋ ਨਹੀਂ ਤਾਂ ਉਹਦਾ ਵਾਸਤੇ ਵੱਖ-ਵੱਖ ਹੋਣਗੇ ਬੱਚੋ। ਜੇ ਸਾਨੂੰ ਇਸ ਤਰ੍ਹਾਂ ਦੋ ਵੱਖ-ਵੱਖ ਬਿੰਦੂਆਂ ਤੇ ਉਹ ਕੱਟ ਰਿਹਾ ਹੈ, ਇਸ ਦਾ ਮਤਲਬ ਉਸਦੇ ਜਿਹੜੇ ਦੋ ਅਲੱਗ-ਅਲੱਗ ਜਿਹੜੇ ਸਿਫਰ ਉਹਦੇ ਹਨ। ਠੀਕ ਹੈ, ਜੇਕਰ ਉਸਦਾ ਗ੍ਰਾਫ ਸਿਰਫ ਇੱਕ ਬਿੰਦੂ ਤੇ ਕੱਟ ਰਿਹਾ, ਦੇਖੋ ਤੁਸੀਂ ਦੇਖੋਗੇ ਆਹ ਕੱਟ ਰਿਹਾ ਦੋ ਘਾਤੀ ਬਹੁਪਦ ਤਾਂ ਇੱਕ ਤੇ ਕੱਟ ਰਿਹਾ, ਇਹਦਾ ਮਤਲਬ ਉਹਦੇ ਜਿਹੜੇ ਸਿਫਰ ਆ ਗਏ ਉਹ ਕੀ ਹਨ, ਬਰਾਬਰ ਹਨ। ਠੀਕ ਹੈ, ਤਾਂ ਜੇਕਰ ਗ੍ਰਾਫ ਐਕਸ ਐਕਸ ਨੂੰ ਨਹੀਂ ਕੱਟਦਾ ਤਾਂ ਕੋਈ ਵੀ ਉਹਦਾ ਜਿਹੜਾ ਸਿਫਰ ਆ ਉਹ ਰੀਅਲ ਵਾਸਤਵਿਕ ਨਹੀਂ ਹੁੰਦਾ। ਜੇ ਉਹ ਦੋ ਵੱਖ-ਵੱਖ ਬਿੰਦੂਆਂ ਤੇ ਕੱਟਦਾ ਹੈ ਤਾਂ ਉਸਦੇ ਡਿਸਟਿੰਕਟ ਵੱਖ-ਵੱਖ ਸਿਫਰ ਹੋਣਗੇ। ਜੇਕਰ ਇੱਕ ਬਿੰਦੂ ਤੇ ਹੀ ਕੱਟ ਰਿਹਾ ਹੈ ਦੋ ਘਾਤੀ ਬਹੁਪਦ ਤਾਂ ਉਸਦੇ ਇਕੁਅਲ ਰੀਅਲ ਸਿਫਰ 0 ਹੋਣਗੇ। ਠੀਕ ਹੈ ਬੱਚਿਓ, ਹੁਣ ਤੁਸੀਂ ਕਹਿੰਦੇ ਹੋਗੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਮੰਨ ਲਓ ਤੁਹਾਡੇ ਕੋਲ ਮੈਂ ਇੱਕ ਇਸ ਪ੍ਰਕਾਰ ਦਾ ਬਹੁਪਦ ਲਿਖ ਲਿਆ ਹੈ f(x) = this। ਹੁਣ ਆਪਾਂ ਜੇਕਰ ਇਹਨੂੰ 0 ਦੇ ਬਰਾਬਰ ਲਿਖਦੇ ਹਾਂ ਤਾਂ ਦੇਖੋ ਬੱਚੋ x² -1 ਆ ਗਿਆ। ਹੁਣ ਦੇਖੋ ਸਾਡੇ ਕੋਲ ਜਿਹੜੀ x ਦੀ ਵੈਲਿਊ ਹੈ -1 ਦਾ ਸਕੁਅਰ ਰੂਟ ਆ ਗਿਆ ਹੈ। ਤਾਂ ਅਸੀਂ ਦੇਖਿਆ ਵੀ x ਦੀ ਵੈਲਿਊ ਹੁਣ ਦੇਖੋ -1 ਦਾ ਸਕੁਅਰ ਰੂਟ ਵਰਗਮੂਲ ਅਸੀਂ ਪਤਾ ਨਹੀਂ ਕਰ ਸਕਦੇ, ਇਸ ਕਰਕੇ ਇਸ ਦਾ ਕੋਈ ਵੀ ਰੀਅਲ 0 ਨਹੀਂ ਹੈ। ਲੇਕਿਨ ਦੇਖੋ ਦੋ ਘਾਤੀ ਬਹੁਪਦ ਹੈ, ਇਸ ਕਰਕੇ ਇਹਦਾ ਗ੍ਰਾਫ ਇਸ ਪ੍ਰਕਾਰ ਦਾ ਬਣੇਗਾ। ਤਾਂ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ। ਹੁਣ ਆਪਾਂ 6ਵਾਂ ਪ੍ਰਸ਼ਨ ਦੇਖਦੇ ਹਾਂ। ਤਾਂ ਬੱਚੇ ਸਾਡੇ ਕੋਲ ਜੋ 6ਵਾਂ ਪ੍ਰਸ਼ਨ ਹੈ ਉਹ ਕਿਊਬਿਕ ਪੋਲੀਨੋਮੀਅਲ, ਕਿਊਬਿਕ ਤੋਂ ਭਾਵ 3 ਘਾਤੀ ਬਹੁਪਦ ਬਾਰੇ ਅਸੀਂ ਦੇਖਦੇ ਹਾਂ ਵੀ ਉਹ ਕਿਸ ਪ੍ਰਕਾਰ ਹੈ। ਦੇਖੋ ਬੱਚੇ ਇਹਦੇ ਵਿੱਚ ਸਾਡੇ ਕੋਲ ਹੈ ਕਿਊਬਿਕ ਪੋਲੀਨੋਮੀਅਲ x = f/, ਕੱਟ y(x) ਐਟ ਮੋਸਟ। ਠੀਕ ਹੈ ਬੱਚਿਓ, ਸਾਡੇ ਕਿਊਬ ਯਾਨੀ ਕਿ 3 ਘਾਤੀ ਬਹੁਪਦ। ਹੁਣ ਦੇਖੋ ਇੱਥੇ ਜਿਹੜਾ ਸਾਡੇ ਕੋਲ ਪੋਲੀਨੋਮੀਅਲ ਆ, ਤੁਹਾਨੂੰ ਮੈਂ ਸਮਝਾਇਆ ਸੀ ਵੀ ਪੋਲੀਨੋਮੀਅਲ ਇੱਕ ਤਾਂ ਸਾਡੇ ਕੋਲ ਹੁੰਦੇ ਹੈ ਇਸ ਪ੍ਰਕਾਰ ਦੇ y = f(x), ਇਹ ਸਾਡੇ ਕੋਲ ਪੋਲੀਨੋਮੀਅਲ ਹੈ ਇਸ ਪ੍ਰਕਾਰ। ਠੀਕ ਹੈ, ਤੁਸੀਂ ਆਖੋਗੇ ਇਸ ਤਰ੍ਹਾਂ ਮੰਨ ਲਓ ਆਪਾਂ ਇਹਨੂੰ ਲਿਖਦੇ ਹਾਂ, ਇਹ ਤਾਂ ਸਾਡੇ ਕੋਲ ਇਸ ਪ੍ਰਕਾਰ ਹੁੰਦਾ ਜਿਵੇਂ ਆਪਾਂ x² ਲਿਖ ਲਿਆ 3x + 2, ਇਹ ਸਾਡੇ ਕੋਲ y ਵਿੱਚ ਹੁੰਦਾ ਹੈ ਜਿਵੇਂ ਆਪਾਂ ਲਿਖ ਲਿਆ y², ਕੁਛ ਵੀ ਆਪਾਂ ਉਹਨੂੰ ਲਿਖ ਸਕਦੇ ਹਾਂ। ਠੀਕ ਹੈ ਬੱਚਿਓ, ਤਾਂ ਦੇਖੋ y ਦੇ ਵਿੱਚ ਇਹ x ਯਾਨੀ ਕਿ ਇਸ ਦੇ ਜਿਹੜੇ ਵੇਰੀਏਬਲ x ਹੈ ਤੇ y ਵਿੱਚ ਆ, ਯਾਨੀ ਕਿ x ਡਿਪੈਂਡ ਕਰਦਾ y ਤੇ ਇੱਥੇ y ਡਿਪੈਂਡ ਕਰਦਾ x ਤੇ, ਇਹਨਾਂ 'ਚ ਇਹ ਡਿਫਰੈਂਸ ਹੈ। ਹੁਣ ਸਾਡੇ ਕੋਲ ਜੋ ਪੋਲੀਨੋਮੀਅਲ ਹੈ ਉਹ x = y ਹੈ, ਤਾਂ ਅਸੀਂ ਦੇਖਣਾ ਵੀ y(x) ਨੂੰ, ਕਿਉਂਕਿ ਹੁਣ ਇਹ y(x) ਨੂੰ ਕੱਟੇਗਾ। ਜੋ fy ਵਾਲਾ ਹੈ ਉਹ y(x) ਨੂੰ ਕੱਟਦਾ ਹੈ, ਜੋ x ਵਾਲਾ ਹੈ ਉਹ x(x) ਨੂੰ ਕੱਟਦਾ ਹੈ। ਤਾਂ ਸਾਡੇ ਕੋਲ ਕਿਊਬਿਕ ਪੋਲੀਨੋਮੀਅਲ ਹੈ। ਠੀਕ ਹੈ ਬੱਚਿਓ, ਐਟ ਮੋਸਟ ਭਾਵ ਵੱਧ ਤੋਂ ਵੱਧ, ਕਿਉਂਕਿ ਸਾਨੂੰ ਪਤਾ ਵੀ 3 ਘਾਤੀ ਬਹੁਪਦ ਹੈ, ਕਿਊਬਿਕ ਪੋਲੀਨੋਮੀਅਲ ਹੈ, ਇਸ ਦੇ ਜਿਹੜੇ ਸਿਫਰ ਆ ਉਹ ਮੈਕਸਿਮਮ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਹਨ, 3। ਤਾਂ ਫਿਰ ਇਹ y(x) ਨੂੰ ਵੱਧ ਤੋਂ ਵੱਧ ਕਿੰਨਾ ਕੱਟ ਸਕਦਾ ਹੈ, 3 ਵਾਰੀ। ਇਸ ਤਰ੍ਹਾਂ ਬੱਚਿਓ 1 2 3, ਤਾਂ ਇਹ ਸਾਡੇ ਕੋਲ ਹੈ x = y(x) ਦਾ ਗ੍ਰਾਫ। ਕਿਉਂਕਿ ਇਸ ਦੇ ਜੋ 0 ਹੈ ਸਿਫਰ ਹੈ
ਉਹ ਸਿਰਫ ਕਿੰਨੇ ਹੋ ਸਕਦੇ ਹਨ? 3 ਹੋ ਸਕਦੇ ਹਨ। ਫਿਰ ਇਹ y ਨੂੰ ਵੀ ਵੱਧ ਤੋਂ ਵੱਧ 3 ਵਾਰੀ ਹੀ ਕੱਟੇਗਾ, ਕਿਉਂਕਿ ਜੇ ਵੱਧ ਵਾਰੀ ਕੱਟੇਗਾ ਫਿਰ ਤਾਂ ਉਹ ਕਿਊਬਿਕ ਪੋਲੀਨੋਮੀਅਲ ਹੈ ਹੀ ਨਹੀਂ। ਬੱਚਿਓ ਨੋਟ ਕਰ ਲਓ ਸਵਾਲ ਨੂੰ ਤੁਸੀਂ। ਬੱਚਿਓ ਕਈ ਵਾਰੀ ਤੁਹਾਨੂੰ ਜੇਕਰ ਸਵਾਲ ਇੱਕ ਵਾਰੀ ਸਮਝ ਨਹੀਂ ਆਉਂਦਾ ਤਾਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ, ਠੀਕ ਹੈ, ਤਾਂ ਕਿ ਕੋਈ ਵੀ ਗੱਲ ਤੁਹਾਨੂੰ ਜਿਹੜੀ ਆ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ। ਹੁਣ ਬੱਚਿਓ ਅਸੀਂ 7ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ 7ਵਾਂ ਪ੍ਰਸ਼ਨ ਹੈ ਪੋਲੀਨੋਮੀਅਲ x² ਜਮਾ 1 ਹੈਜ 0। ਤਾਂ ਇਹਦੇ ਕਿੰਨੇ ਸਿਫਰ ਹਨ, ਜਾਣੀ ਕਿ ਇਹਦੇ ਕਿੰਨੇ 0 ਹਨ? ਦੇਖੋ ਤੁਸੀਂ ਆਪਾਂ ਇਹਦੇ ਨਾਲ ਦਾ ਸਵਾਲ ਹੁਣੇ ਕੀਤਾ ਹੈ ਤਾਂ ਤੁਹਾਨੂੰ ਸਵਾਲ ਸੌਖਾ ਲੱਗੇਗਾ ਬਿਲਕੁਲ। ਦੇਖੋ ਪੋਲੀਨੋਮੀਅਲ ਹੈ, ਦੇਖੋ ਸਾਨੂੰ ਪਤਾ ਵੀ ਜਦੋਂ ਅਸੀਂ ਬਹੁਪਦ ਦੇ ਕਿਸੇ ਦੇ ਸਿਫਰ ਪਤਾ ਕਰਨੇ ਹੁੰਦੇ ਹਨ ਤਾਂ ਅਸੀਂ ਉਸ ਨੂੰ ਬਰਾਬਰ ਕਰਦੇ ਹਾਂ 0 ਦੇ, ਸਿਫਰ ਦੇ। ਹੁਣ ਦੇਖੋ ਇਹਦੇ ਕੋਈ ਫੈਕਟਰ ਵੀ ਨਹੀਂ ਬਣਦੇ, ਆਪਾਂ ਇਹਨੂੰ ਲਿਖਿਆ ਇੱਧਰ -1, x ਦੀ ਵੈਲਿਊ ਕੀ ਆ ਗਈ ਬੱਚਿਓ? ±√-1। ਤਾਂ -1 ਦਾ ਸਕੁਅਰ ਰੂਟ ਅਸੀਂ ਪਤਾ ਨਹੀਂ ਕਰ ਸਕਦੇ, ਠੀਕ ਹੈ। ਤਾਂ ਜਦੋਂ ਤੁਸੀਂ +1 ਚ ਹੋਵੋਗੇ ਉਦੋਂ ਪਤਾ ਕਰ ਲਿਆ ਕਰੋਗੇ, ਕਿਉਂਕਿ ਉੱਥੇ ਇਮੈਜਿਨਰੀ ਨੰਬਰ ਆ ਜਾਂਦਾ ਸਾਡੇ ਕੋਲ, ਇਹ ਰੀਅਲ ਨੰਬਰ ਨਹੀਂ ਹੈ। ਇਸ ਕਰਕੇ x ਦੀ ਜਿਹੜੀ ਵੈਲਿਊ ਆ ਉਹ ਕੋਈ ਵੀ ਰੀਅਲ ਵੈਲਿਊ ਨਹੀਂ ਹੈ, ਨੋ ਰੀਅਲ ਵੈਲਿਊ, ਜਾਂ ਕਹਦੇ ਵੀ ਨੋ ਰੀਅਲ ਨੰਬਰ, ਠੀਕ ਹੈ। ਤਾਂ ਇਸ ਕਰਕੇ ਇਸ ਦਾ ਬੱਚਿਓ ਜੋ ਉੱਤਰ ਹੈ ਉਹ ਹੈ ਨੋ ਰੀਅਲ। ਇਹਦਾ ਜਿਹੜਾ ਸਿਫਰ ਹੈ ਕੋਈ ਵੀ ਵਾਸਤਵਿਕ ਨਹੀਂ ਹੈ, ਰੀਅਲ ਨਹੀਂ ਹੈ, ਠੀਕ ਹੈ। ਇਹ ਵੀ ਉੱਤਰ ਨਹੀਂ ਹੈ, ਇਹ ਵੀ ਨਹੀਂ ਹੈ। 1 ਰੀਅਲ 1 ਨਾਨ ਰੀਅਲ, ਤਾਂ ਬੱਚਿਓ ਇਹਦੇ ਨਾਲ ਹੈ ਇਹ ਜਿਹੜਾ ਲਿਖਿਆ ਹੈ ਇਹਦੇ ਨਾਲ ਉੱਤਰ 1 ਰੀਅਲ ਐਂਡ 1 ਨਾਨ ਰੀਅਲ, ਇਹ ਵੀ ਨਹੀਂ ਹੈ। ਤਾਂ B ਆਪਸ਼ਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। 8ਵਾਂ ਪ੍ਰਸ਼ਨ ਬੱਚਿਓ ਦੇਖਦੇ ਹਾਂ। 0 of the polynomial 4x² - 1r, ਜਾਣੀ ਕਿ ਇਸ ਪੋਲੀਨੋਮੀਅਲ ਦੇ ਜੋ ਸਿਫਰ ਹਨ ਉਹ ਕਿਹੜੇ ਹਨ? ਬੱਚਿਓ ਆਪਾਂ ਥੱਲੇ ਉੱਤਰ ਦਿੱਤਾ, ਦੇਖੋ ਪਹਿਲਾਂ ਆਪਾਂ ਇਹਦੇ ਸਿਫਰ ਪਤਾ ਕਰਨੇ ਹਾਂ। ਜਦੋਂ ਵੀ ਤੁਸੀਂ ਕਿਸੇ ਪੋਲੀਨੋਮੀਅਲ ਦੇ ਸਿਫਰ ਪਤਾ ਕਰਨੇ ਹਨ ਤਾਂ ਉਸ ਨੂੰ ਬਰਾਬਰ 0 ਕਰ ਲੈਣਾ ਹੈ। ਤਾਂ ਅੱਗੇ ਜੋ ਮੈਥਡ ਲੱਗਦਾ ਹੈ ਫੈਕਟਰ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੋ, ਲੇਕਿਨ ਇਹ ਸਾਡੇ ਕੋਲ ਸਿੰਪਲ ਹੈ। ਇਹਨੂੰ ਅਸੀਂ 1 ਨੂੰ ਇੱਧਰ ਲੈ ਗਏ ਤਾਂ 4 ਬੱਚੇ ਜਾ ਕੇ ਬਟੇ ਹੋ ਗਏ, ਤਾਂ x ਦਾ ਮੁੱਲ ਕਿੰਨਾ ਗਾ? +-, ਕਿਉਂਕਿ ਜਦੋਂ ਅਸੀਂ ਸਕੁਅਰ ਰੂਟ ਪਤਾ ਕਰਦੇ ਹਾਂ ਤਾਂ ਹਮੇਸ਼ਾ +- ਦੇ ਵਿੱਚ ਉਹ ਆਉਂਦਾ ਹੈ। +-, 1 ਦਾ ਸਕੁਅਰ ਰੂਟ 1, 4 ਦਾ ਸਕੁਅਰ ਰੂਟ 2, ਜਾਣੀ ਕਿ x ਦੇ ਮੁੱਲ ਕੀ ਆ ਗਏ ਬੱਚੇ? 1/2। ਹੁਣ ਦੇਖੋ ਹੈ ਤਾਂ ਦੋਨਾਂ ਦੀ ਵੈਲਿਊ 1, ਦੇਖੋ ਇੱਕ ਤਾਂ ਸਾਡੇ ਕੋਲੇ -1/2 ਹੈ, ਇੱਕ ਸਾਡੇ ਕੋਲੇ +1/2 ਹੈ। ਦੇਖੋ ਦੋਨਾਂ ਦੀ ਜੋ ਵੈਲਿਊ ਹੈ ਉਹ ਤਾਂ ਸੇਮ ਹੈ, ਲੇਕਿਨ ਸਾਈਨ ਦਾ ਫਰਕ ਹੈ। ਤਾਂ ਫਿਰ ਕੀ ਉੱਤਰ ਆਵੇਗਾ? ਇਕੁਅਲ। ਇਹ ਨਹੀਂ ਹੋ ਸਕਦਾ ਕਿਉਂਕਿ ਇਕੱਲਾ ਇਕੁਅਲ ਨਹੀਂ ਹੈ। ਅਨਇਕੁਅਲ, ਇਹ ਵੀ ਨਹੀਂ ਹੋ ਸਕਦਾ ਕਿਉਂਕਿ ਇਕੁਅਲ ਹਨ। ਇਕੁਅਲ ਇਨ ਮੈਗਨੀਚਿਊਡ, ਜਾਣੀ ਕਿ ਉਹਨਾਂ ਦਾ ਮੈਗਨੀਚਿਊਡ ਦਾ ਇਕੁਅਲ ਹੈ, ਉਹਨਾਂ ਦੀ ਵੈਲਿਊ ਤਾਂ ਇਕੁਅਲ ਹੈ, ਬਟ ਸਾਈਨ ਕੀ ਹੈ? ਓਪੋਜਿਟ ਹੈ। ਤਾਂ ਇਸ ਕਰਕੇ ਇਸ ਸਵਾਲ ਦਾ ਜੋ ਉੱਤਰ ਹੈ ਉਹ ਹੈ C ਆਪਸ਼ਨ। ਬੱਚਿਓ ਅੱਗੇ ਆਪਾਂ 9ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਉਹਦੇ ਵਿੱਚ ਕੀ ਦਿੱਤਾ ਹੈ? ਬੱਚੇ ਜੋ ਪ੍ਰਸ਼ਨ ਹਨ ਇਹ ਇਕੱਲੇ NTSC ਵਾਸਤੇ ਨਹੀਂ, ਤੁਹਾਡੇ ਜਿਵੇਂ ਬੋਰਡ ਦੇ ਐਗਜ਼ਾਮ ਜਾਂ ਕੋਈ ਹੋਰ ਐਸੇ ਐਗਜ਼ਾਮ ਹੋਣੇ ਹਨ ਉਹਨਾਂ ਵਾਸਤੇ ਵੀ ਇਹ ਕਾਫੀ ਮਹੱਤਵਪੂਰਨ ਹਨ। ਅੱਗੇ ਦੇਖੋ, P is the sum of zeros and S is the product, then the quadratic polynomial can be obtained as follow। quadratic polynomial किस प्रकार ਦਾ ਹੋਵੇਗਾ, ਯਾਨੀ ਕਿ ਦੋ ਘਾਤੀ ਬਹੁਪਦ ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? ਤਾਂ ਤੁਸੀਂ ਦੇਖੋ ਫਾਰਮੂਲਾ ਸਿੱਖਿਆ ਹੋਣਾ ਹੈ ਵੀ ਦੋ ਘਾਤੀ ਜੋ ਬਹੁਪਦ ਹੈ ਉਸਦਾ ਕੀ ਸੂਤਰ ਹੈ। ਤਾਂ ਤੁਹਾਨੂੰ ਦੱਸਿਆ ਹੋਣਾ ਵੀ x2 - sx + p, ਠੀਕ ਹੈ, ਵੀ ਇਹ ਹੁੰਦਾ ਹੈ। s ਦਾ ਮਤਲਬ ਸਮ ਆਫ ਸਿਫਰ, p ਦਾ ਮਤਲਬ ਪ੍ਰੋਡਕਟ, ਠੀਕ ਹੈ, ਜਾਣੀ ਕਿ ਸਿਫਰਾਂ ਦਾ ਜੋੜ ਤੇ ਸਿਫਰਾਂ ਦੀ ਗੁਣਾ। ਵੀ ਇਹ ਸੂਤਰ ਲਿਖ ਕੇ ਵੀ ਜੇਕਰ ਸਾਨੂੰ ਸਿਫਰਾਂ ਦਾ ਜੋੜ ਤੇ ਸਿਫਰਾਂ ਦੀ ਗੁਣਾ ਪਤਾ ਹੈ ਤਾਂ ਅਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਦੋ ਘਾਤੀ ਬਹੁਪਦ ਲਿਖ ਸਕਦੇ ਹਾਂ। ਲੇਕਿਨ ਇੱਥੇ ਦੇਖੋ ਸਵਾਲ ਨੂੰ ਥੋੜਾ ਜਿਹਾ ਉਲਝਾਇਆ ਹੈ। ਸਾਨੂੰ ਕਿਹਾ ਸਮ ਆਫ ਦੀ 0, ਵੀ ਜੋ ਸਿਫਰਾਂ ਦਾ ਜੋੜ ਹੈ ਉਹ ਕੀ ਹੈ? P, ਅਤੇ ਜੋ ਉਹਨਾਂ ਦਾ ਪ੍ਰੋਡਕਟ ਹੈ S।
यानी कि एस दा प्रोडक्ट ऑफ क्वाड्रेटिक ਪੋਲੀਨੋਮੀਅਲ ਉਹਨਾਂ ਦਾ ਪ੍ਰੋਡਕਟ ਹੈ। ਤਾਂ ਸਾਡਾ ਦੇਖੋ ਅਸੀਂ ਜੋੜ ਦੇ ਥਾਂ ਤੇ ਕੀ ਭਰਨਾ ਹੁੰਦਾ ਹੈ, ਜੋ ਜੋੜ ਹੈ। ਜੋੜ ਸਾਨੂੰ ਕੀ ਦਿੱਤਾ ਹੈ, p, ਇੱਥੇ ਅਸੀਂ p ਲਿਖਣਾ ਹੈ। ਠੀਕ ਹੈ ਬੱਚਿਓ। ਉਸ ਤੋਂ ਬਾਅਦ ਜੋ ਸਾਨੂੰ ਪ੍ਰੋਡਕਟ ਦਿੱਤਾ ਹੈ ਉਹ s ਦਿੱਤਾ ਹੈ, ਉਹ ਅਸੀਂ ਇੱਥੇ s ਲਿਖਣਾ ਹੈ। ਤਾਂ ਬੱਚਿਓ ਇਹ ਕਿਹੜੇ ਚ ਹੈ, ਇਹ b ਆਪਸ਼ਨ ਦੇ ਵਿੱਚ ਉੱਤਰ ਹੈ। ਜਾਣੀ ਕਿ 9ਵੇਂ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਕੀ ਹੈ, b ਆਪਸ਼ਨ। ਠੀਕ ਹੈ ਬੱਚਿਓ, ਗੱਲ ਸਮਝ ਆ ਗਈ ਹੋਣੀ ਨਾ। ਕਈ ਵਾਰੀ ਸਾਡੇ ਫਾਰਮੂਲਾ ਇਹ ਯਾਦ ਹੁੰਦਾ ਹੈ ਲੇਕਿਨ ਅਸੀਂ ਉਹ ਕਾਲੀ ਕਾਲੀ ਚ ਗਲਤੀ ਕਰ ਦਿੰਦੇ ਹਾਂ। ਤਾਂ ਇਸ ਦਾ ਮਤਲਬ ਜੋੜ ਹੈ, p ਦਾ ਮਤਲਬ ਪ੍ਰੋਡਕਟ ਹੈ। ਜੋ ਸਾਨੂੰ ਜੋੜ ਦਿੱਤਾ ਹੈ ਉਹ ਅਸੀਂ ਮੁੱਲ ਭਰਨਾ ਹੈ, ਜੋ ਸਾਨੂੰ ਗੁਣਾ ਹੈ ਉਹ ਅਸੀਂ ਮੁੱਲ ਇਸ ਦੇ ਵਿੱਚ ਭਰਨਾ ਹੈ। ਬੱਚਿਓ ਆਪਾਂ 10ਵਾਂ ਪ੍ਰਸ਼ਨ ਦੇਖਦੇ ਹਾਂ। ਇਹਦੇ ਵਿੱਚ ਸਾਨੂੰ ਕੀ ਹੈ, if 2 is 0 of both the polynomial then a minus 2ab, ਤਾਂ ਅਸੀਂ ਇਸ ਦਾ ਮੁੱਲ ਪਤਾ ਕਰਨਾ ਹੈ। ਤਾਂ ਸਾਨੂੰ ਜੋ 2 ਦਿੱਤਾ ਹੈ ਉਹ 2 ਕਿਹਦਾ ਸਿਫਰ ਹੈ, 0 ਹੈ, ਇਸ ਪੋਲੀਨੋਮੀਅਲ ਦਾ ਵੀ ਇਸ ਪੋਲੀਨੋਮੀਅਲ ਦਾ, ਦੋਨਾਂ ਦਾ 0 ਹੈ। ਤਾਂ ਅਸੀਂ ਇਸ ਦੇ ਮੁੱਲ ਪਤਾ ਕਰਨਾ ਹੈ। ਤਾਂ ਬੱਚਿਓ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਹੈ ਵੀ ਜਦੋਂ ਕਿਸੇ ਪੋਲੀਨੋਮੀਅਲ ਦਾ ਕੋਈ ਵੈਲਿਊ ਸਿਫਰ ਹੁੰਦੀ ਹੈ, 0 ਹੁੰਦੀ ਹੈ, ਤਾਂ ਉਸਦਾ ਉਹ ਮੁੱਲ ਭਰ ਕੇ ਉਸਦਾ ਜੋ ਵੈਲਿਊ ਹੈ ਉਹ ਸਿਫਰ ਹੋ ਜਾਂਦੀ ਹੈ। ਜਾਣੀ ਕਿ ਪਹਿਲਾਂ ਅਸੀਂ ਇਸ ਦੇ ਵਿੱਚ ਮੁੱਲ ਭਰਿਆ। ਠੀਕ ਹੈ ਬੱਚਿਓ, ਤਾਂ ਕਿੰਨਾ ਆ ਜਾਵੇਗਾ, 3 2 ਦਾ ਸਕੁਅਰ ਪਲੱਸ a ਗੁਣਾ 2 ਮਾਈਨਸ 14 ਬਰਾਬਰ 0। ਕਿਉਂਕਿ 2 ਆਹ ਪੋਲੀਨੋਮੀਅਲ ਦਾ ਸਿਫਰ ਹੈ ਤਾਂ 2 ਦਾ ਮੁੱਲ ਅਸੀਂ ਇੱਥੇ ਭਰਤਾ x ਦੀ ਥਾਂ ਤੇ। ਬੱਚੋ 2 ਦਾ ਪਾਵਰ 2 4 4 ਕੀ 12 2a ਮਾਈਨਸ 14 ਬਰਾਬਰ 0। ਤਾਂ 14 ਚੋਂ 12 ਕੱਢੇ ਮਾਈਨਸ 2 ਉਧਰ ਲੈ ਗਏ ਬੱਚਿਓ, ਤਾਂ 2 ਬਰਾਬਰ 2, 2 ਨਾਲ 2 ਕੱਟਿਆ, ਇਹਦਾ ਮੁੱਲ ਕਿੰਨਾ ਆ ਗਿਆ 1। ਕਿਉਂਕਿ ਅਸੀਂ ਇਸ ਦਾ ਮੁੱਲ ਪਤਾ ਕਰਨਾ ਹੈ ਤਾਂ ਇਹਦੇ ਵਾਸਤੇ ਸਾਨੂੰ a ਅਤੇ b ਦਾ ਮੁੱਲ ਪਤਾ ਹੋਣਾ ਜ਼ਰੂਰੀ ਹੈ। ਹੁਣ ਦੇਖੋ ਸਾਡੇ ਕੋਲ ਅੱਗੇ ਹੈ 2x, ਇਹ ਵੀ ਪੋਲੀਨੋਮੀਅਲ ਹੈ ਤਾਂ ਇਹਦੇ ਵਿੱਚ ਵੀ ਅਸੀਂ 2 ਕਰਨਾ ਹੈ। 2 ਗੁਣਾ 2 ਮਾਈਨਸ b ਬਰਾਬਰ 0। ਤਾਂ ਬੱਚਿਓ 4 ਹੋ ਗਿਆ, 4 ਆਪਾਂ ਉਧਰ ਲੈ ਗਏ। ਠੀਕ ਹੈ, ਤਾਂ ਮਾਈਨਸ b ਬਰਾਬਰ -4 ਮਾਈਨਸ ਨਾਲ ਮਾਈਨਸ ਕੱਟਿਆ, b ਦਾ ਮੁੱਲ ਕਿੰਨਾ ਆ ਗਿਆ ਬੱਚਿਓ 4। ਤਾਂ ਸਾਡੇ ਕੋਲ b ਦਾ ਮੁੱਲ 4 ਆ ਗਿਆ ਹੈ, ਇਹਦਾ ਮੁੱਲ 1 ਆ ਗਿਆ ਹੈ। ਹੁਣ ਦੇਖੋ ਅਸੀਂ ਇਹਦਾ ਮੁੱਲ ਭਰਨਾ ਹੈ। ਦੇਖੋ ਇਹਦਾ ਮੁੱਲ ਭਰਿਆ ਸੀ 1 ਮਾਈਨਸ 2 ਤੇ b ਦਾ ਮੁੱਲ ਸਾਡੇ ਕੋਲ ਬੱਚਿਓ ਆ ਗਿਆ 4। ਇਹ ਕਿੰਨਾ ਹੋ ਗਿਆ 1 ਮਾਈਨਸ 8 ਜਾਣੀ ਕਿ ਮਾਈਨਸ 7। ਤਾਂ ਮਾਈਨਸ 7 ਬੱਚਿਓ ਕਿਹੜੇ ਆਪਸ਼ਨ ਦੇ ਵਿੱਚ ਹੈ, ਡੀ ਆਪਸ਼ਨ ਦੇ ਵਿੱਚ। यानी कि डी ऑप्शन इस प्रश्न का सही उत्तर है। ਹੁਣ ਬੱਚੇ ਅੱਗੇ ਅਸੀਂ 11ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ 11ਵਾਂ ਪ੍ਰਸ਼ਨ ਹੈ, if zeros of the polynomial ax square plus bx plus c are reciprocal of each other then ਕੀ ਹੋਵੇਗਾ। ਤਾਂ ਦੇਖੋ ਬੱਚੇ ਇਹਦੇ ਵਿੱਚ ਕੀ ਹੈ, ਸਾਨੂੰ ਦਿੱਤਾ ਹੈ ਵੀ ਇਹ ਸਾਡੇ ਕੋਲ ਇੱਕ ਪੋਲੀਨੋਮੀਅਲ ਹੈ, ਇਸਦੇ ਜੋ 0 ਹਨ, ਸਿਫਰ ਹਨ, ਉਹ ਰੈਸੀਪ੍ਰੋਕਲ ਹਨ, ਜਾਣੀ ਕਿ ਇੱਕ ਦੂਜੇ ਦੇ ਉਲਟ ਹਨ, ਉਲਟ। ਠੀਕ ਹੈ, ਇਹਦੇ ਇੱਕ ਦੂਜੇ ਦੇ। ਅਸੀਂ ਮੰਨ ਲੈਂਦੇ ਹਾਂ ਲੈਟ, ਅਸੀਂ ਮੰਨ ਲਿਆ ਵੀ ਇੱਕ ਜੋ ਸਾਡੇ ਕੋਲ ਸਿਫਰ ਹੈ ਉਹ ਕੀ ਹੈ, ਅਲਫਾ। ਦੂਸਰਾ ਕਿੰਨਾ ਹੋਵੇਗਾ 1/ਅਲਫਾ, ਕਿਉਂਕਿ ਦੋਨੇ ਜੋ ਸਿਫਰ ਆ ਉਹਦੇ ਇੱਕ ਦੂਜੇ ਦੇ ਉਲਟ ਆ। ਮੰਨ ਲਓ ਅਸੀਂ 2 ਮੰਨ ਲੈਂਦੇ ਹਾਂ ਤਾਂ ਦੂਸਰਾ ਕਿੰਨਾ ਹੋਵੇਗਾ 1/2। ਠੀਕ ਹੈ, ਇਹਦਾ ਮਤਲਬ ਇਹ ਹੈ। ਹੁਣ ਅਸੀਂ ਇਸ ਤੋਂ ਸਿੱਖਦੇ ਹਾਂ ਵੀ ਅੱਗੇ ਹੱਲ ਕਿਵੇਂ ਕਰਨਾ। ਅਸੀਂ ਦੱਸਣਾ ਵੀ ਤਾਂ ਕਿਹੜੀ ਕੰਡੀਸ਼ਨ ਇਹਨਾਂ ਤੇ ਲਾਗੂ ਹੋਵੇਗੀ। ਤਾਂ ਦੇਖੋ, ਤਾਂ ਬੱਚਿਓ ਪਹਿਲਾਂ ਆਪਾਂ ਇਹਦੇ ਵਿੱਚ ਇਹਨਾਂ ਦਾ ਮੁੱਲ ਭਰ ਕੇ ਹੱਲ, ਲੇਕਿਨ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ। ਤਾਂ ਸਾਡੇ ਕੋਲੇ ਪ੍ਰੋਡਕਟ ਹੁੰਦਾ ਹੈ P, ਪ੍ਰੋਡਕਟ ਆਫ ਜ਼ੀਰੋਜ਼। ਤਾਂ ਬੱਚਿਓ ਦਾ ਫਾਰਮੂਲਾ ਹੁੰਦਾ ਹੈ C/A। ਇਹਦਾ ਬੱਚਿਓ C/A। ਤਾਂ ਇੱਧਰ ਦੇਖੋ ਸਾਡੇ ਕੋਲ ਪ੍ਰੋਡਕਟ ਕੀਤਾ ਸੀ, ਕੀ ਕੀਤਾ, ਅਲਫਾ ਗੁਣਾ 1/ਅਲਫਾ C/A। ਇਹ ਬੱਚੇ ਦੇਖੋ ਅਲਫੇ ਨਾਲ ਅਲਫਾ ਕੱਟਿਆ ਗਿਆ, ਇੱਧਰ ਹੈਗਾ 1 ਬਰਾਬਰ ਆ C/A, ਯਾਨੀ ਕਿ A ਬਰਾਬਰ ਹੈ C ਦੇ। ਤਾਂ ਸਾਡੇ ਕੋਲ ਦੇਖੋ ਜਿਹੜੀ ਇਹ ਕੰਡੀਸ਼ਨ ਆ ਉਹ ਬਣ ਗਈ ਹੈ। ਤਾਂ ਇਸ ਕਰਕੇ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਹੈ A। ਤਾਂ ਸਾਨੂੰ ਦੇਖਣ ਨੂੰ ਕਾਫੀ ਔਖਾ ਲੱਗਦਾ ਸੀਗਾ, ਤਾਂ ਲੇਕਿਨ ਜਿਹੜਾ ਸਵਾਲ ਆ ਉਹ ਸੌਖਾ ਹੀ ਸੀ।
ਹੁਣ ਬੱਚੋ ਅੱਗੇ 12ਵਾਂ ਪ੍ਰਸ਼ਨ ਅਸੀਂ ਦੇਖਦੇ ਹਾਂ। ਸਾਡੇ ਕੋਲ 12ਵੇਂ ਪ੍ਰਸ਼ਨ ਦੇ ਵਿੱਚ ਕੀ ਹੈ। ਬੱਚੋ ਪ੍ਰਸ਼ਨਾਂ ਨੂੰ ਕਾਪੀ ਤੇ ਨੋਟ ਕਰ ਲਿਆ ਕਰੋ, ਕਈ ਵਾਰੀ ਸਾਨੂੰ ਜਿਹੜਾ ਮੈਥਡ ਆ ਉਹ ਬਾਅਦ ਚ ਸਮਝ ਨਹੀਂ ਆਉਂਦਾ। ਇਹ 12ਵਾਂ ਪ੍ਰਸ਼ਨ ਵਿੱਚੋਂ 3 zeros of polynomial, ਜਾਣੀ ਕਿ ਸਾਡੇ ਕੋਲ ਇੱਕ ਪੋਲੀਨੋਮੀਅਲ ਹੈ, ਉਹਦੇ 3 ਸਿਫਰ ਸਾਨੂੰ ਦਿੱਤੇ ਹਨ, ਕਿਹੜੇ ਕਿਹੜੇ ਹੋਣਗੇ। ਹੁਣ ਦੇਖੋ ਇਹ ਸਾਡੇ ਕੋਲ ਪੋਲੀਨੋਮੀਅਲ ਹੈ, ਤਾਂ ਸਾਨੂੰ ਪਤਾ ਹੈ ਵੀ ਜਦੋਂ ਅਸੀਂ ਪੋਲੀਨੋਮੀਅਲ ਦੇ ਸਿਫਰ ਪਤਾ ਕਰਨੇ ਹੁੰਦੇ ਹਨ ਤਾਂ ਬੱਚਿਓ ਅਸੀਂ ਉਸ ਨੂੰ ਸਿਫਰ ਦੇ ਬਰਾਬਰ ਲਿਖ ਲੈਣਾ ਹੁੰਦਾ ਹੈ। ਸਿਫਰ ਦੇ ਬਰਾਬਰ ਲਿਖ ਲਿਆ, ਯਾਨੀ ਕਿ ਜੋ ਪਹਿਲਾ ਫੈਕਟਰ ਹੈ ਇਹ ਵੀ ਬਰਾਬਰ ਸਿਫਰ ਦੇ ਹੋਵੇਗਾ, ਜੋ ਸਾਡੇ ਕੋਲੇ ਦੂਸਰਾ ਫੈਕਟਰ ਹੈ ਇਹ ਵੀ ਬਰਾਬਰ 0 ਦੇ ਹੋਵੇਗਾ। ਤਾਂ ਇੱਥੋਂ ਸਾਡੇ ਕੋਲੇ x ਦਾ ਮੁੱਲ ਕਿੰਨਾ ਆ ਗਿਆ -4, ਜਾਣੀ ਕਿ ਸਾਡੇ ਕੋਲੇ ਇੱਕ ਸਿਫਰ ਦਾ ਕਿੰਨਾ ਹੈ -4। ਹੁਣ ਅਸੀਂ ਦੂਸਰਾ ਸਿਫਰ ਦੇਖਣਾ ਹੈ। ਹੁਣ ਦੇਖੋ -4 ਕਿਹਦੇ ਵਿੱਚ ਹੈ, -4 ਸਾਰਿਆਂ ਦੇ ਵਿੱਚ ਹੀ ਹੈ, ਲੇਕਿਨ ਇਕੱਲੇ A ਆਪਸ਼ਨ ਨਹੀਂ ਹੈ, ਤਾਂ B ਆਪਸ਼ਨ ਸਾਡੇ ਕੋਲ ਪਹਿਲੇ ਹੀ ਕੈਂਸਲ ਹੋ ਗਿਆ, B ਦਾ ਉੱਤਰ ਨਹੀਂ ਹੋ ਸਕਦਾ। ਹੁਣ ਬਾਕੀ ਸਿਫਰ ਅਸੀਂ ਇਸ ਤੋਂ ਪਤਾ ਕਰਨੇ ਹੈ, ਉਹ ਕਿਵੇਂ, ਇਹਦੇ ਆਪਾਂ ਫੈਕਟਰ ਬਣਾ ਕੇ ਗੁਣਨਖੰਡ, ਗੁਣਾ ਕਿੰਨੀ ਆਵੇ 8, ਜੋੜ ਕਿੰਨਾ ਆਵੇ 6, ਤਾਂ ਸਾਡੇ ਕੋਲ ਬੱਚਿਓ ਕਿਹੜੇ ਕਿਹੜੇ ਫੈਕਟਰ ਬਣਨਗੇ, ਤਾਂ ਇਸ ਤਰ੍ਹਾਂ ਆਪਾਂ ਇਹਦੇ ਜਿਹੜੇ ਫੈਕਟਰ ਆ ਉਹ ਬਣਾ ਸਕਦੇ ਹਾਂ। ਇੱਕ x ਦਾ ਮੁੱਲ 4 ਆ ਗਿਆ, ਇੱਕ x ਦਾ ਮੁੱਲ ਕਿੰਨਾ ਆ ਗਿਆ 2, ਜਾਣੀ ਕਿ ਬੱਚਿਓ ਸਾਡੇ ਕੋਲ ਸਿਫਰ ਕਿੰਨੇ ਬਣ ਗਏ -4, 4 ਤੇ 2। ਤਾਂ ਇਹ ਆਪਾਂ ਦੇਖਦੇ ਹਾਂ ਵੀ ਕਿਹੜੇ ਆਪਸ਼ਨ ਦੇ ਵਿੱਚ ਇਹ ਸਾਡੇ ਕੋਲ ਹਨ, -4, 4 ਤੇ 2, ਤੇ ਇਹ ਬੱਚਿਓ ਸਾਡੇ ਕੋਲ A ਆਪਸ਼ਨ ਦੇ ਵਿੱਚ ਹਨ। ਤਾਂ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਸਾਡੇ ਕੋਲ ਹੈ A ਆਪਸ਼ਨ। ਬੱਚਿਓ ਅੱਗੇ ਆਪਾਂ 13ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ 13ਵੇਂ ਪ੍ਰਸ਼ਨ ਦੇ ਵਿੱਚ ਕੀ ਦਿੱਤਾ ਹੈ ਬੱਚਿਓ, ਇਹਦੇ ਵਿੱਚ ਹੈ ਗ੍ਰਾਫ ਆਫ y ax² plus 6x plus c intersect x axis at 2 distinct point if। ਬੱਚਿਓ ਇਹਦੇ ਚ ਕੀ ਹੈ, ਉਹ ਕਹਿੰਦਾ ਸਾਡੇ ਕੋਲ ਇੱਕ ਕੁਆਡਰਿਕ ਪੋਲੀਨੋਮੀਅਲ ਹੈ, ਤਾਂ ਉਹ x ਐਕਸਿਸ ਨੂੰ ਦੋ ਵੱਖ-ਵੱਖ ਡਿਫਰੈਂਟ ਪੁਆਇੰਟ ਤੇ ਕੱਟ ਕਰਦਾ ਹੈ, ਤਾਂ ਕਿਹੜੀ ਕੰਡੀਸ਼ਨ ਲਾਗੂ ਹੋਵੇਗੀ। ਤਾਂ ਦੇਖੋ ਇਹਦੇ ਵਿੱਚ ਬੱਚਿਓ ਕੀ ਹੁੰਦਾ ਹੈ ਵੀ ਜੇਕਰ ਸਾਡੇ ਕੋਲੇ ਇੱਕ ਤਰ੍ਹਾਂ ਦਾ ਫਾਰਮੂਲਾ ਹੈ ਜੋ ਅਸੀਂ ਯਾਦ ਰੱਖ ਸਕਦੇ ਹਾਂ, ਵੀ ਜੇਕਰ ਸਾਨੂੰ ਉਹ ਦੋ ਵੱਖ-ਵੱਖ ਪੁਆਇੰਟ ਤੇ ਕੱਟਦਾ ਹੈ ਤਾਂ ਫਿਰ ਤਾਂ ਜਿਹੜਾ ਇਹਦਾ ਮੁੱਲ ਹੈ ਇਹ ਗ੍ਰੇਟਰ ਦੈਨ 0 ਹੁੰਦਾ ਹੈ, ਠੀਕ ਹੈ। ਜੇ ਦੋ ਵੱਖ-ਵੱਖ ਪੁਆਇੰਟ ਤੇ ਕੱਟਦਾ ਨਹੀਂ, ਯਾਨੀ ਕਿ x ਐਕਸਿਸ ਨੂੰ ਕਿਸੇ ਵੀ ਪੁਆਇੰਟ ਤੇ ਨਹੀਂ ਕੱਟਦਾ, ਫਿਰ ਇਸ ਦਾ ਮੁੱਲ ਇਹ ਹੁੰਦਾ ਹੈ। ਜੇ ਉਹ ਯਾਨੀ ਕਿ ਇੱਕ ਪੁਆਇੰਟ ਤੇ ਕੱਟਦਾ ਹੈ, ਯਾਨੀ ਕਿ ਉਹਦੇ ਸਿਫਰ ਇਕੁਅਲ ਹੁੰਦੇ ਹਨ, ਤਾਂ ਉਹਦਾ ਉੱਤਰ ਇਹ ਹੁੰਦਾ ਹੈ। ਤਾਂ ਇਸ ਕਰਕੇ ਸਾਡੇ ਕੋਲ ਦੋ ਡਿਸਟ੍ਰਿਕਟ ਪੁਆਇੰਟ ਤੇ ਕਿਹਾ ਹੋਇਆ ਹੈ ਵੱਖ-ਵੱਖ ਤੇ, ਤਾਂ ਉਹਦੇ ਵਾਸਤੇ ਜਿਹੜੀ ਕੰਡੀਸ਼ਨ ਹੈ ਸਾਡੀ ਇਹ ਹੁੰਦੀ ਹੈ। ਇਹ ਕੀ ਹੁੰਦੀ ਹੈ ਵੀ ਅਸੀਂ ਪੋਲੀਨੋਮੀਅਲ ਨੂੰ ਇਸ ਪ੍ਰਕਾਰ ਲਿਖਦੇ ਹਾਂ, ਜੋ ਸਾਡੇ ਕੋਲ ਸਟੈਂਡਰਡ ਪੋਲੀਨੋਮੀਅਲ ਹੈ ਉਹ ਇਸ ਪ੍ਰਕਾਰ ਦਾ ਹੈ, ਠੀਕ ਹੈ। ਤਾਂ ਇਹਦੇ ਵਿੱਚ ਅਸੀਂ b² - 4ac, ਤਾਂ ਜੇਕਰ ਇਹਦੀ ਵੈਲਿਊ ਗ੍ਰੇਟਰ ਦੈਨ 0 ਹੋਵੇ ਤਾਂ ਉਹਦੇ ਜਿਹੜੇ ਸਿਫਰ ਆ ਉਹ ਡਿਸਟਿੰਕਟ ਹੁੰਦੇ ਆ, ਠੀਕ ਹੈ। ਜੇਕਰ ਇਹਦੀ ਵੈਲਿਊ ਬਰਾਬਰ 0 ਹੋਵੇ ਤਾਂ ਉਹਦੇ ਜਿਹੜੇ ਸਿਫਰ ਆ ਉਹ ਇਕੁਅਲ ਹੁੰਦੇ ਆ, ਠੀਕ ਹੈ। ਜੇਕਰ ਇਹਦੀ ਵੈਲਿਊ ਲੈਸ ਦੈਨ 0 ਹੋਵੇ ਤਾਂ ਨੋ ਰੀਅਲ 0, ਤਾਂ ਉਸਦਾ ਕੋਈ ਵੀ ਰੀਅਲ 0 ਨਹੀਂ ਹੁੰਦਾ, ਠੀਕ ਹੈ। ਤੇ ਬੱਚਿਓ ਕੰਡੀਸ਼ਨਾਂ ਗਈਆਂ ਜੋ ਤੁਸੀਂ ਯਾਦ ਰੱਖ ਸਕਦੇ ਹੋ, ਕਈ ਵਾਰੀ ਪੇਪਰ ਵਿੱਚ ਸਿੱਧੀਆਂ ਪੁੱਛ ਲਈਆਂ ਜਾਂਦੀਆਂ ਹਨ, ਠੀਕ ਹੈ ਬੱਚਿਓ, ਇਹ ਯਾਦ ਰੱਖਣ ਵਾਲੀ ਗੱਲ ਹੈ। ਹੁਣ ਸਾਡੇ ਕੋਲ ਹੈ 14ਵਾਂ ਪ੍ਰਸ਼ਨ। ਤਾਂ ਤੁਸੀਂ ਨੀਚੇ ਤਿੰਨ ਸਾਡੇ ਕੋਲ ਗ੍ਰਾਫ ਦਿੱਤੇ ਹਨ, ਇਹ ਗ੍ਰਾਫ ਨੂੰ ਧਿਆਨ ਨਾਲ ਦੇਖੋ, ਤਾਂ ਦੇਖੋ ਵੀ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਹੈ। ਵਿਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਗ੍ਰਾਫ ਆਫ ਦੀ ਕੁਆਡਰੇਟਿਕ ਪੋਲੀਨੋਮੀਅਲ। ਤਾਂ ਸਾਨੂੰ ਕਿਹਾ ਗਿਆ ਹੈ ਵੀ ਕੁਆਡਰੇਟਿਕ ਪੋਲੀਨੋਮੀਅਲ ਦਾ ਕਿਹੜਾ ਗ੍ਰਾਫ ਨਹੀਂ ਹੈ। ਕੁਆਡਰੇਟਿਕ ਪੋਲੀਨੋਮੀਅਲ ਵਿੱਚੋਂ ਪਤਾ ਹੀ ਹੈ ਦੋ ਘਾਤੀ ਬਹੁਪਦ, ਤਾਂ ਆਪਾਂ ਦੇਖਿਆ ਹੈ ਕਿ ਦੋ ਘਾਤੀ ਬਹੁਪਦ ਦੇ ਸਿਫਰ ਕੋਈ ਵੀ ਰੀਅਲ ਸਿਫਰ ਨਹੀਂ ਹੋ ਸਕਦਾ, ਤਾਂ ਇਹ ਹੋਵੇਗਾ। ਜੇ ਉਹਦੇ ਰੀਅਲ ਸਿਫਰ ਬਰਾਬਰ ਮਤਲਬ ਉਹਦੇ 0 ਸਿਫਰ ਬਰਾਬਰ ਹਨ ਤਾਂ ਕੰਡੀਸ਼ਨ ਇਹ ਹੋਵੇਗੀ, ਠੀਕ ਹੈ। ਤਾਂ ਜੇ ਦੋ ਵੱਖ-ਵੱਖ ਪੁਆਇੰਟ ਤੇ ਕੱਟਦਾ ਹੈ ਤਾਂ ਉਹਦੇ ਇਹ ਮੁੱਲ ਹੋਵੇਗਾ। ਹੁਣ ਦੇਖੋ ਇੱਥੇ ਕੰਡੀਸ਼ਨ ਦੇ ਵਿੱਚ ਕੀ ਆ, ਉਹ ਤਿੰਨ ਥਾਂ x ਐਕਸਿਸ ਨੂੰ, ਇਹ ਸਾਡੇ ਕੋਲ x ਐਕਸਿਸ ਹੈ, ਤਾਂ x ਐਕਸਿਸ ਨੂੰ ਤਿੰਨ ਪੁਆਇੰਟ ਤੇ ਕੱਟ ਰਿਹਾ ਹੈ, ਯਾਨੀ ਕਿ ਜੋ ਇਹ ਗ੍ਰਾਫ ਹੈ ਇਹ ਸਾਡੇ ਕੋਲ ਕਿਹਦਾ ਹੈ, ਕਿਊਬਿਕ ਪੋਲੀਨੋਮੀਅਲ ਦਾ ਹੈ, ਯਾਨੀ ਕਿ ਤਿੰਨ ਘਾਤੀ
ਬਹੁਪਦ ਦਾ ਜਿਹੜਾ ਗ੍ਰਾਫ ਆ ਇਹ ਹੈ। ਠੀਕ ਹੈ ਬੱਚਿਓ, ਤਾਂ ਜੋ ਡੀ ਆਪਸ਼ਨ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਵੀ ਜਿਹੜਾ ਡੀ ਆਪਸ਼ਨ ਵਾਲਾ ਗ੍ਰਾਫ ਹੈ ਇਹ ਕੁਆਡ੍ਰੇਟਿਕ ਪੋਲੀਨੋਮੀਅਲ ਦਾ ਗ੍ਰਾਫ ਨਹੀਂ ਹੈ। ਇਹ ਵੀ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ ਤੇ ਇਹ ਵੀ ਹੋ ਸਕਦਾ। ਤਾਂ ਪਹਿਲਾਂ ਆਪਾਂ ਸਿੱਖਿਆ ਵੀ ਜਦੋਂ ਸਾਡੇ ਕੋਲ ਅਲੱਗ-ਅਲੱਗ ਸਿਫਰ ਹੋਣਗੇ ਤਾਂ ਗ੍ਰਾਫ ਇਹ ਬਣਦਾ ਹੈ, ਜਦੋਂ ਇਕੁਅਲ ਗ੍ਰਾਫ ਹੋਣ ਉਹਦੇ ਮਤਲਬ ਇਕੁਅਲ ਸਿਫਰ ਹੋਣਗੇ ਤਾਂ ਗ੍ਰਾਫ ਇਹ ਬਣਦਾ ਹੈ, ਜਦੋਂ ਉਸਦਾ ਕੋਈ ਵੀ ਵਾਸਤਵਿਕ ਰੀਅਲ ਸਿਫਰ ਨਹੀਂ ਹੁੰਦਾ ਤਾਂ ਗ੍ਰਾਫ ਇਹ ਬਣਦਾ ਹੈ। ਠੀਕ ਹੈ ਬੱਚਿਓ, ਤਾਂ ਉਮੀਦ ਹੈ ਬੱਚਿਓ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਣਾ ਹੈ। ਤੁਹਾਨੂੰ ਇਹਨਾਂ ਪ੍ਰਸ਼ਨਾਂ ਦੀ PDF ਤੁਹਾਡੇ ਗਰੁੱਪ ਵਿੱਚ ਮਿਲ ਜਾਵੇਗੀ, ਉਹ ਪੰਜਾਬੀ ਮੀਡੀਅਮ ਵਿੱਚ ਮਿਲ ਜਾਵੇਗੀ, ਤੁਹਾਨੂੰ ਅੰਗਰੇਜ਼ੀ ਮੀਡੀਅਮ ਦੇ ਵਿੱਚ ਵੀ ਮਿਲ ਜਾਵੇਗੀ। ਠੀਕ ਹੈ, ਤਾਂ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਤੁਸੀਂ ਵੀਡੀਓ ਸ਼ੇਅਰ ਕਰੋ। ਠੀਕ ਹੈ, ਤੇ ਆਪਣੇ ਨਾਲ ਆਪਣੇ ਕਲਾਸ ਦੇ ਬੱਚਿਆਂ ਨੂੰ ਵੀ ਜੋੜੋ ਤਾਂ ਕਿ ਸਭ ਤੋਂ ਵੱਧ ਬੱਚਿਆਂ ਨੂੰ ਇਸ ਲੈਕਚਰ ਦਾ ਫਾਇਦਾ ਹੋ ਸਕੇ ਤੇ ਵੱਧ ਤੋਂ ਵੱਧ ਬੱਚੇ ਆਪਣੇ ਜਿਹੜੇ ਸਵਾਲ ਆ ਉਹ ਚੰਗੀ ਤਰ੍ਹਾਂ ਸਮਝ ਕੇ ਬੋਰਡ ਐਗਜ਼ਾਮ ਦੀ, NTSC ਦੀ ਜਾਂ ਹੋਰ ਜੋ 10ਵੀਂ ਬੇਸ ਤੇ ਹੁੰਦੇ ਹਨ ਉਹਨਾਂ ਵਿੱਚ ਤਿਆਰੀ ਕਰ ਸਕੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।